ਸਤਿ ਸ਼੍ਰੀ ਅਕਾਲ ਸਾਰੇ ਪਟਿਆਲਾ ਵਾਸੀਆਂ ਨੂੰ। ਆਪਾਂ ਪਿਛਲੇ ਹਫਤੇ ਵੀ ਰੂਬਰੂ ਹੋਏ ਸੀਗੇ ਔਰ ਕਈ ਚੀਜ਼ਾਂ ਕਈ ਗੱਲਾਂ ਅਸੀਂ ਸਾਂਝੀ ਕੀਤੀਆਂ ਸੀਗੀਆਂ। ਅੱਜ ਫਿਰ ਕੁਝ ਚੀਜ਼ਾਂ ਕੁਝ ਇਸ਼ੂਜ਼ ਹੈਗੇ, ਕੁਝ ਫੈਕਟਸ ਹੈਗੇ ਔਰ ਕੁਝ ਸਾਡੀ ਐਡਵਾਈਜ਼ਰੀਜ਼ ਹੈ ਸਾਡੇ ਵੱਲੋਂ, ਪ੍ਰਸ਼ਾਸਨ ਵੱਲੋਂ, ਸਟੇਟ ਗਵਰਨਮੈਂਟ ਵੱਲੋਂ ਤੁਹਾਡੇ ਨਾਲ। ਇੱਕ ਵਾਰ ਮੈਂ ਸਭ ਤੋਂ ਪਹਿਲੇ ਫੇਸ 'ਚ ਇੱਕ ਵਾਰ ਮੈਂ ਤੁਹਾਨੂੰ ਦੱਸਦਾ ਕਿ ਸਾਡੇ ਪਟਿਆਲੇ ਦਾ ਵਿਦ ਰਿਸਪੈਕਟ ਟੂ ਕੋਵਿਡ ਕੀ ਕਿਵੇਂ ਸਾਡੀ ਪ੍ਰੋਗਰੈਸ ਹੈ ਔਰ ਕੀ ਫੈਕਟਸ ਔਰ ਫਿਗਰਸ ਹੈਗੇ। ਜਿਵੇਂ ਕਿ ਮੈਂ ਪਿਛਲੀ ਵਾਰ ਵੀ ਤੁਹਾਨੂੰ ਦੱਸਿਆ ਸੀਗਾ ਕਿ ਇਹਤਿਆਤ ਵਰਤਣੀ ਦੀ ਬਹੁਤ ਜ਼ਰੂਰਤ ਹੈ ਅਸੀਂ ਸਾਰੇ ਲੋਕਾਂ ਨੂੰ, ਇੱਕ ਬੰਦੇ ਨੂੰ, ਕਿਉਂਕਿ ਹਰ ਇੱਕ ਬੰਦਾ ਜ਼ਿੰਮੇਦਾਰ ਹੈ, ਹਰ ਇੱਕ ਬੰਦਾ ਰਿਸਪੌਂਸਿਬਲ ਹੈਗਾ ਇਹਦੇ ਵਿੱਚ। ਮੈਂ ਜਿਵੇਂ ਕਿ ਦੱਸਿਆ ਸੀਗਾ ਕਿ ਆਪਣੀ ਜਿਹੜੀ ਸੈਂਪਲਿੰਗ ਸੀਗੀ 15,000 ਕੇਸਿਸ ਪਰ ਮਿਲੀਅਨ ਕੇਸਿਸ ਸਾਡੀ ਸੈਂਪਲਿੰਗ ਸਾਰੀ ਟੈਸਟਿੰਗ ਹੋਈ ਹੈ। ਹੁਣ ਸਾਡੇ ਜਿਹੜੇ ਪਿਛਲੇ ਹਫਤੇ ਤੱਕ 30,000 ਅਸੀਂ ਟੈਸਟਿੰਗ ਕੀਤੀ ਸੀਗੀ, ਹੁਣ ਸਾਡੇ ਜਿਹੜੇ ਟੈਸਟ ਹੋ ਗਏ ਉਹ 37,000 ਹੋ ਗਏ। ਤੋਂ ਵੱਧ ਕੇ 7,000 ਜਿਹੜੀ ਟੈਸਟਿੰਗ ਇਸ ਹਫਤੇ ਅਸੀਂ ਕੀਤੀ ਹੈਗੀ। ਟੋਟਲ ਨੰਬਰ ਆਫ ਪੋਜ਼ਿਟਿਵ ਕੇਸਿਸ ਜਿਹੜੇ ਪਟਿਆਲਾ 'ਚ ਹੁਣ ਤੱਕ ਆ ਗਏ ਨੇ, ਜਿਹੜੇ ਟੋਟਲ ਹੈਗੇ ਇਟ ਇਜ਼ ਅਰਾਊਂਡ 1100। ਉਹਦੇ ਵਿੱਚ 609 ਕਨਫਰਮਡ ਐਕਟਿਵ ਕੇਸਿਸ ਨੇ, 467 ਕਿਉਰਡ ਹੈਗੇ। ਬਾਕੀ 16 ਜਿਹੜੇ ਹੈ ਡੈਥਸ ਹੋਈ ਹੈ। ਇਹ ਸਭ ਤੋਂ ਜਿਹੜੀ ਹੈਗੀ ਖਰਾਬ ਚੀਜ਼ ਹੈਗੀ ਜਿਹੜੇ ਡੈਥ ਹੋਏ। ਬਾਕੀ ਇਸ਼ੂ ਜਿਹੜਾ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਜੀ, 16 ਜਿਹੜੀ ਵੀ ਡੈਥ ਹੋਈ ਹੈ, ਜਿੰਨੇ ਵੀ ਡੈਥ ਹੋਏ ਸਾਰੇ ਕੋਮੋਰਬਿਡ ਸੀਗੇ। ਦੇ ਵਰ ਉਹਨਾਂ ਦੇ ਜਿਹੜੇ ਸਰੀਰ ਜਾਂ ਉਹਨਾਂ ਦੀ ਜਿਹੜੀ ਕੋਈ ਸਥਿਤੀ ਸੀਗੀ ਫਿਜ਼ੀਕਲ ਉਹ ਠੀਕ ਨਹੀਂ ਸੀਗੀ। ਆਈਦਰ ਦੇ ਵਰ ਹਾਰਟ ਪੇਸ਼ੈਂਟ, ਕੋਈ ਡਾਇਲਿਸਿਸ 'ਚ ਸੀਗੇ, ਕੋਈ ਸਾਰੀ ਦੇ ਬਹੁਤ ਹੀ ਕ੍ਰੋਨਿਕ ਪੇਸ਼ੈਂਟ ਸੀਗੇ। ਬਾਕੀ ਅੱਜ ਦੇ ਘੜੀ ਪਟਿਆਲਾ 'ਚ ਕੋਈ ਵੀ ਐਕਟਿਵ ਕੇਸ ਵੈਂਟੀਲੇਟਰ 'ਚ ਨਹੀਂ ਹੈ, ਕੋਈ ਵੀ ਐਕਟਿਵ ਕੇਸ ਸੀਰੀਅਸ ਨਹੀਂ ਹੈ। तो पहले आपको समझण की लोड़ है कि किसी भी तरह ये जी कोमॉर्बिडिटी वाला जो पेशेंट आता है वो जी हैगी वुलनरेबिलिटी ज़्यादा हैगी। ਉਹਦੇ ਬਾਅਦ ਸਾਡੇ ਜਿਹੜੇ ਪੋਜ਼ਿਟਿਵ ਕੇਸਿਸ ਜਿੱਥੇ ਜਿੱਥੇ ਕਿਵੇਂ ਅਸੀਂ ਉਹਨਾਂ ਨੂੰ ਰੱਖਦੇ ਹਾਂ, ਸਾਡਾ ਮਾਡਲ ਕੀ ਹੈ, ਸਾਡੀ ਫੈਸਿਲਿਟੀਜ਼ ਕਿਵੇਂ ਹੈਗੀਆਂ। ਜਿਹੜੇ ਏਸਿਮਟੋਮੈਟਿਕ ਕੇਸਿਸ ਹੈਗੇ ਪੋਜ਼ਿਟਿਵ, ਉਹਨਾਂ ਨੂੰ ਅਸੀਂ ਅਗਰ ਉਹ ਤੋਂ ਘਰੇ ਰਹਿ ਸਕਦੇ, ਉਹਨਾਂ ਦਾ ਆਪਣਾ ਸੈਪਰੇਟ ਰੂਮ ਹੈ, ਸੈਪਰੇਟ ਬਾਥਰੂਮ ਹੈ, ਤਾਂ ਉਹਨਾਂ ਨੂੰ ਅਸੀਂ ਘਰ 'ਚ ਆਈਸੋਲੇਟ ਕਰ ਦਿੰਦੇ ਹੈਗੇ। ਬਾਕੀ ਅਗਰ ਉਸ ਪੋਜ਼ਿਟਿਵ ਕੇਸ ਦੇ ਘਰੇ ਕੋਈ ਜਗ੍ਹਾ ਨਹੀਂ ਹੈ ਰਹਿਣ ਨੂੰ, ਅਗਰ ਸਪੈਸ਼ਲ ਜਗ੍ਹਾ ਵੀ ਹੈਗੀ ਤੇ ਟਾਇਲਟ ਅਗਰ ਕਾਮਨ ਹੈਗਾ ਤੇ ਆਪਾਂ ਉਹਨਾਂ ਨੂੰ ਹੋਮ ਆਈਸੋਲੇਟ ਨਹੀਂ ਕਰਦੇ, ਬਿਕੋਜ਼ ਉਹਦਾ ਜਿਹੜਾ ਖਤਰਾ ਪਰਿਵਾਰ ਵਾਲੇ ਨੂੰ ਵੀ ਬਣ ਜਾਂਦਾ ਹੈਗਾ। ਤੇ ਉਹਨਾਂ ਨੂੰ ਅਸੀਂ ਆਪਣੇ ਸੀਸੀਸੀ ਕੋਵਿਡ ਕੇਅਰ ਸੈਂਟਰ ਜਿਹੜਾ ਆਪਣਾ ਮੈਂ ਕਹਿੰਦਾ ਲੈਵਲ 1 ਫੈਸਿਲਿਟੀ ਹੈਗੀ ਉਹਦੇ ਵਿੱਚ ਰੱਖ ਦਿੰਦੇ ਹੈਗੇ। ਸਾਡੀ ਲੈਵਲ 1 ਫੈਸਿਲਿਟੀ 4 ਮੈਪਡ ਹੈਗੀ। ਸਭ ਤੋਂ ਪਹਿਲੇ ਹੈਗਾ ਮੈਰੀਟੋਰੀਅਸ ਸਕੂਲ ਜਿਹੜਾ ਅਰਬਨ ਸਟੇਟ ਤੇ ਹੈਗਾ। ਦੂਜਾ ਹਾਲੇ ਸ਼ੁਰੂ ਨਹੀਂ ਹੋਇਆ ਹੈ ਬਟ ਲੋੜ ਪਏਗੀ ਤਾਂ ਆਪਾਂ ਸ਼ੁਰੂ ਕਰ ਸਕਦੇ ਹਾਂ, ਪੰਜਾਬੀ ਯੂਨੀਵਰਸਿਟੀ। ਤੀਜੀ ਜਿਹੜੀ ਹੈ ਥਾਪੜ। ਚੌਥਾ ਜਿਹੜਾ ਹੈਗਾ ਲਾਅ ਯੂਨੀਵਰਸਿਟੀ ਦੇ ਵਿੱਚ ਹੈਗਾ। ਤਾਂ ਹੁਣ ਤੱਕ ਆਪਣੇ ਸੀਸੀਸੀ 'ਚ ਜਿਹੜਾ ਮੈਂ ਕੋਵਿਡ ਕੇਅਰ ਸੈਂਟਰ ਦੀ ਗੱਲ ਕਰ ਰਿਹਾ ਤੁਹਾਡੇ ਨਾਲ, ਉਹਦੇ ਵਿੱਚ ਸਾਡੇ ਪੇਸ਼ੈਂਟ ਜਿਹੜੇ ਟੋਟਲ ਹੈਗੇ ਮੈਰੀਟੋਰੀਅਸ ਸਕੂਲ 'ਚ 162 ਐਕਟਿਵ ਪੇਸ਼ੈਂਟਸ ਹੈਗੇ। ਉਹਦੇ ਬਾਅਦ ਅਗਰ ਕੋਈ ਮਾਈਲਡ ਸਿੰਪਟੋਮੈਟਿਕ ਹੈਗਾ ਜਿਨ੍ਹਾਂ ਨੂੰ ਥੋੜਾ ਜਿਹਾ ਆਪਾਂ ਨੂੰ ਲੱਗਦਾ ਹੈ ਕਿ ਆਪਾਂ ਨਾਰਮਲ ਹੋਮ ਆਈਸੋਲੇਟ ਨਹੀਂ ਕਰ ਸਕਦੇ, ਸੀਸੀਸੀ 'ਚ ਨਹੀਂ ਰੱਖ ਸਕਦੇ, ਉਹਨਾਂ ਨੂੰ ਅਸੀਂ ਜਿਹੜਾ ਹੈਗਾ ਲੈਵਲ 2 ਫੈਸਿਲਿਟੀ, ਲੈਵਲ 2 ਫੈਸਿਲਿਟੀ ਸਾਡੀ 4 ਥਾਵਾਂ 'ਚ ਹੈਗੀਆਂ। ਨਾਭਾ ਸਿਵਲ ਹਸਪਤਾਲ, ਸਮਾਨਾ ਸਿਵਲ ਹਸਪਤਾਲ, ਰਾਜਪੁਰਾ ਸਿਵਲ ਹਸਪਤਾਲ ਔਰ ਇੱਕ ਹੈਗਾ ਆਪਣਾ ਰਾਜਿੰਦਰਾ ਮੈਡੀਕਲ ਕਾਲਜ। ਇਹਦੇ ਵਿੱਚ ਸਾਡੀ ਜਿਹੜੀ ਟੋਟਲ ਲੈਵਲ 2 ਦੇ ਪੇਸ਼ੈਂਟਸ ਹੈਗੇ ਹੁਣ ਤੱਕ ਉਹ 114 ਹੈਗੇ ਜੀ। ये थोड़े जे सिम्टोमैटिक है बट दे आर स्टेबल, इस तरह की कोई घबराने की लोड़ नहीं हैगी। बाकी साढ़े 5 पेशेंट आर्मी कंटोनमेंट च हैगे, बाकी सारे 260 ਜਿਹੜੇ ਹੈਗੇ वो होम आइसोलेशन च हैगे। तो कहने का भाव ये है कि ਤੁਹਾਨੂੰ ਸਾਰਿਆਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਡੀ ਕਿਵੇਂ ਫੈਸਿਲਿटीज आती है। लेट्स से मैं कल को पॉजिटिव हो जावा और मैं सिम्टोमैटिक है तो मैं सीधा लेवल 2 च जावांगा। अगर मैं एसिम्टोमैटिक है, अगर मेरे घरे प्रबंध है मैं घर च रवांगा, अगर घरे प्रबंध नहीं है तो मैं मेरिटोरियस स्कूल च आ जावांगा। फैसिलिटीज सारी ठीक है, किसी तरह का भी कोई इशू नहीं है। जिथे भी माड़े मोटे इशू आते साढ़े नोडल अफसर, साड़ी टीम, सारे जेडे फील्ड वॉरियर है वो सारे ने सारे जेडे काम कर रहे हैं। एक चीज़ जो बहुत इंपॉर्टेंट है, कोई भी ऐसा अधिकारी, कोई भी ऐसा नुमाइंदा, चाहे वो सैनिटेशन वर्कर हो, चाहे नर्स हो, चाहे अपने पुलिस के मुलाजिम होवे जेडे फील्ड च काम कर रहे हैं, साढ़े पटवारी हो, साढ़े तहसीलदार हो, सारे दे सारे काम कर रहे हैं। मैं तुहाडे नाल एक और गल साझी करदा जी, एक साढ़े सीनियर रेजिडेंट टीबी हॉस्पिटल च पॉजिटिव आए सीगे एंड ओदा लड़का ही है जी, जिवें अपने बच्चे होंदे 24-25 साल दे, ओदा यही कहना है कि सर फटाफट मैं ठीक होकर आवांगा और सब तो पहला जो काम होगा मैं वापस पेशेंट देखना शुरू करूंगा। तो दिस शोज आर कैरेक्टर, दिस शोज आर नेशन बिल्डिंग और ये आपको ये संदेश देना है कि सारे बंदे जेडे किन्ने ज्यादा प्रोत्साहित है, किसी तरह की भी कितने भी कोई मोटिवेशन की कमी नहीं। असी अपनी मेहनत कर रहे हैं। हर एक बंदा, हर एक अधिकारी, हर एक तबका ਜਿਹੜਾ सरकार ਦੇ ਨਾਲ जुड़िया हुआ है वो सारे काम कर रहे हैं। जिवें कि मैं ਤੁਹਾਨੂੰ सीनियर रेजिडेंट के बारे किया, उसी तरह एक सैनिटेशन वर्कर
ਜਿਵੇਂ ਕਿ ਸਾਡੇ ਕਾਰਪੋਰੇਸ਼ਨ ਦੇ ਅਧਿਕਾਰੀ ਜਿਹੜੇ ਨੀਚੇ ਕੰਮ ਕਰਦੇ ਨੇ ਉਹਨਾਂ ਦੇ ਅੰਦਰ ਵੀ ਮਨੋਬਲ ਇਤਨਾ ਵਧਿਆ ਹੈਗਾ ਤੁਸੀਂ ਸੋਚ ਵੀ ਨਹੀਂ ਸਕਦੇ ਹੋ। ਜਦ ਵੀ ਅਸੀਂ ਕਹਿੰਦੇ ਇੱਥੇ ਜਾ ਕੇ ਅਗਰ ਕੰਟੇਨਮੈਂਟ ਏਰੀਆ ਬੜਾ ਹੈ ਤਾਂ ਸਭ ਤੋਂ ਪਹਿਲੇ ਜਾ ਕੇ ਕਹਿੰਦੇ ਸਰ ਇਹ ਸਾਡਾ ਫਰਜ਼ ਹੈ, ਕੋਈ ਦਿੱਕਤ ਨਹੀਂ, ਅਸੀਂ ਘਰ 'ਚ ਜਾ ਕੇ ਸਫਾਈ ਕਰਾਂਗੇ। ਤਾਂ ਤੁਸੀਂ ਇਹ ਸੋਚ ਸਕਦੇ ਹੋ ਇਨ ਬੰਦਿਆਂ ਦੇ ਅੰਦਰ ਕਿੰਨਾ ਜਜ਼ਬਾ ਹੈਗਾ। ਇਹਨਾਂ ਦਾ ਵੀ ਘਰ ਪਰਿਵਾਰ ਹੈ, ਬਟ ਘਰ ਪਰਿਵਾਰ ਛੋੜ ਕੇ ਇਹ ਸਾਡੇ ਲਈ, ਆਪਣੇ ਦੇਸ਼ ਦੇ ਲਈ, ਆਪਣੇ ਸੂਬੇ ਦੇ ਲਈ, ਆਪਣੇ ਲੋਕਾਂ ਦੇ ਲਈ ਕੰਮ ਕਰ ਰਹੇ ਨੇ। ਜਿਵੇਂ ਕਿ ਪਿਛਲੀ ਵਾਰ ਮੈਂ ਦੱਸਿਆ ਸੀਗਾ ਸਾਡੇ ਕੇਸਿਸ ਕਾਫੀ ਵੱਧ ਗਏ ਸੀਗੇ, ਬਟ ਹੁਣ ਅੱਛੀ ਖਬਰ ਇਹ ਕਿ ਕੇਸ ਵਾਪਸ ਜਿਹੜਾ ਹੈਗਾ 80 ਦੇ ਨੇੜੇ ਤੇੜੇ ਪਹੁੰਚ ਗਏ ਸੀਗੇ 3-4 ਦਿਨ ਪਹਿਲੇ। ਕੱਲ 40 ਕੇਸਿਸ ਆਏ, ਬਟ ਇਹ ਕੇਸਿਸ ਆਪਾਂ ਨੂੰ ਇਹ ਸਮਝਣ ਦੀ ਲੋੜ ਹੈ ਕਿ ਸਾਡੀ ਕੈਪੈਸਿਟੀ ਬਹੁਤ ਜ਼ਿਆਦਾ ਹੈ। ਸਾਡੀ ਕੈਪੈਸਿਟੀ 3200 ਦੇ ਨੇੜੇ ਤੇੜੇ। ਹੁਣ ਵੀ ਸਾਡੇ ਜਿਹੜੇ CCC ਟੋਟਲ ਰਾਜਿੰਦਰਾ ਮੈਡੀਕਲ ਕਾਲਜ ਮਿਲਾ ਕੇ ਸਿਰਫ 600 ਪੇਸ਼ੈਂਟ ਹੀ ਹੈ, ਤਾਂ ਹਾਲੇ ਵੀ ਸਾਡੇ ਕੋਲ ਕੈਪੈਸਿਟੀ ਬਹੁਤ ਹੈ, ਬਟ ਮੈਂ ਚਾਹੁੰਦਾ ਨਹੀਂ ਸਾਡੀ ਕੈਪੈਸਿਟੀ ਯੂਜ਼ ਜ਼ਿਆਦਾ ਹੋਵੇ। ਪਿਛਲੇ ਹਫਤੇ ਜਿਵੇਂ ਮੈਂ ਦੱਸਿਆ ਸੀਗਾ ਕੰਟੇਨਮੈਂਟ ਏਰੀਆ ਕਾਫੀ ਜ਼ਿਆਦਾ ਸੀਗੇ, 8 ਦੇ ਨੇੜੇ ਤੇੜੇ ਸੀਗੇ। ਹੁਣ ਇਸ ਹਫਤੇ ਸਿਰਫ 4 ਰਹਿ ਗਏ ਨੇ। ਤੋਪਖਾਨਾ ਮੋੜ ਜਿਵੇਂ ਪਿਛਲੇ ਹਫਤੇ ਵੀ ਸੀਗਾ, ਇਸ ਵਾਰ ਵੀ ਹੈਗਾ। ਆਸ ਕਰਦੇ ਹਾਂ ਅਗਲੇ 2-4 ਦਿਨਾਂ 'ਚ ਇਹਨੂੰ ਵੀ ਜਿਹੜਾ ਅਗਰ ਪੋਜ਼ਿਟਿਵ ਕੇਸਿਸ ਕੋਈ ਨਹੀਂ ਆਉਂਦੇ ਅਸੀਂ ਖਤਮ ਕਰ ਦਾਂਗੇ। ਸਮਾਣਾ 'ਚ 2 ਸਾਡੇ ਕੰਟੇਨਮੈਂਟ ਏਰੀਆ ਹੈ, ਤੇਜ ਕਾਲੋਨੀ, ਮੱਛੀ ਹੱਟਾ, ਤੇ ਪਟਿਆਲਾ 'ਚ ਪਿਛਲੇ ਹਫਤੇ ਜਿਹੜਾ ਨਵਾਂ ਮਿਨੀ ਕੰਟੇਨਮੈਂਟ ਏਰੀਆ ਬਣਾਇਆ ਸੀਗਾ ਉਹ ਆਦਰਸ਼ ਨਗਰ ਸੀਗਾ। ਮੈਂ ਤੁਹਾਨੂੰ ਇੱਕ ਵਾਰ ਕੰਟੇਨਮੈਂਟ ਏਰੀਆ ਦੇ ਬਾਰੇ ਦੱਸਦਾ ਅਸੀਂ ਕਿਵੇਂ ਇਹਨੂੰ ਐਨਾਲਾਈਜ਼ ਕਰਦੇ ਹਾਂ। ਅਸੀਂ ਸਾਰੀ ਟੀਮ ਇਕੱਠੇ ਬੈਠਦੇ ਹਾਂ ਹਰ ਰੋਜ਼ ਸ਼ਾਮ ਨੂੰ, ਅਸੀਂ ਇਹ ਮੈਪ ਕਰਦੇ ਹਾਂ ਕਿ ਕਿੱਥੇ ਸਭ ਤੋਂ ਜ਼ਿਆਦਾ ਪੋਜ਼ਿਟਿਵ ਕੇਸਿਸ ਆ ਰਹੇ ਨੇ। ਅਗਰ ਉਹ ਏਰੀਆ ਹੌਟਸਪੌਟ ਹੈਗਾ, ਅਗਰ ਆਪਾਂ ਨੂੰ ਲੱਗਦਾ ਹੈ ਕਿ ਉੱਥੇ ਅਗਰ ਆਪਾਂ ਹੁਣ ਕੰਟਰੋਲ ਨਹੀਂ ਕਰਾਂਗੇ ਤਾਂ ਕੇਸਿਸ ਵਧਣ ਦੀ ਜਿਹੜੀ ਹੈਗੀ ਉੱਥੇ ਕहीं ਨਾ ਕहीं ਇਸ਼ੂਜ਼ ਰਹਿੰਦੇ ਹੈਗੇ, ਤੇ ਅਸੀਂ ਨਾਲ ਦੇ ਨਾਲ ਉਸ ਏਰੀਆ ਨੂੰ ਕੰਟੇਨ ਕਰਦੇ, ਕੋਸ਼ਿਸ਼ ਇਹ ਕਰਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋ। ਬਹੁਤ ਟਫ ਜੌਬ ਹੈਗਾ, ਲੋਕਾਂ ਨੂੰ ਅਸੀਂ ਸਾਈਕੋਲੋਜੀਕਲੀ ਵੀ ਦੇਖਣਾ ਹੁੰਦਾ, ਲੋਕਾਂ ਦਾ ਆਪਾਂ ਨੂੰ ਬਿਜ਼ਨਸ ਵੀ ਦੇਖਣਾ ਹੈ, ਆਵਾਜਾਈ ਵੀ ਦੇਖਣੀ। ਇਹਦੇ ਵਿੱਚ ਪੁਲਿਸ, ਹੈਲਥ ਡਿਪਾਰਟਮੈਂਟ, ਸਾਡੇ ਸੈਕਟਰ ਨੋਡਲ ਅਫਸਰ, ਫਲਾਈਂਗ ਸਕੁਆਡ, SDM ਸਾਹਿਬ, ਤਹਿਸੀਲਦਾਰ ਸਾਰੇ ਜਿਹੜੇ एकजुट होकर कंटेनमेंट एरिया भी रख रखाव करते हैं। 2-3 इशू ਜਿਹੜੇ ਬਹੁਤ ਇੰਪੋਰਟੈਂਟ ਨੇ, ਮੈਂ ਬਸ ਇਹ ਤੁਹਾਨੂੰ ਇੱਕ ਵਾਰ ਫਿਰ ਅਪੀਲ ਕਰਨਾ ਚਾਹੁੰਦਾ ਜੀ, ਪਲੀਜ਼ ਮਾਸਕ ਪਹਿਨੋ। मतलब मेरा ਜਿਹੜਾ ਆਪਣਾ ਤਜਰਬਾ ਹੈ ਪਿਛਲੇ 3.5 ਮਹੀਨੇ ਦਾ ਇਸ ਪੂਰੀ ਮੁਹਿੰਮ 'ਚ, ਮਾਸਕ ਜਿਹੜੇ ਬੰਦੇ ਨੇ ਪਹਿਨਾ ਉਹ ਕहीं ना कहीं ਜਿਹੜਾ ਹੈਗਾ सचेत रहे, कहीं ना कहीं वो इन्फेक्ट नहीं होए। सोशल डिस्टेंस रखो, हाथ धो, सैनिटाइजर का यूज करो, घरे अपना नॉर्मल साबुन यूज करो, गर्म खाओ, गर्म पानी पियो, अपने बुजुर्ग अपने बच्चा का ध्यान रखो। एक सब तो इंपॉर्टेंट, बिना बात के घर से ना निकले जी। मतलब जब तक ਤੁਹਾਨੂੰ कोई अवॉइड कर सकते हो प्लीज अवॉइड करो, अनअवॉइडेबल अगर अवॉइड कर सको प्लीज करो, अदरवाइज दिक्कत की ਤੁਸੀਂ ਜਿੰਨਾ ਬਾਹਰ ਜਾਓਗੇ ਉਨਾ ਤੁਸੀਂ ਸੰਕਰਮਿਤ ਹੋਗੇ, ਉਨਾ ਤੁਸੀਂ ਇਨਫੈਕਟ ਹੋਣ ਦਾ ਤੁਹਾਡਾ ਚਾਂਸ ਵੱਧ ਜਾਂਦਾ ਹੈਗਾ ਜੀ। तो ये तो साड़ी कोविड की तैयारी सीगी। हुण अपना फ्लड सीजन हैगा दूजा बड़ा इंपॉर्टेंट है, जिवें कि इस बार बारिशा भी तुसीं देखिया बहुत ज़्यादा हो रही है, शहरों के विच पानी की क्लॉगिंग हैगी। बट इंपॉर्टेंट ये है कि देखो पटियाला जो भी है जिन्ना भी अपनी बारिश पैंदी है पानी निकल जाता हैगा। अगर एक साथ पैंदा 3, 4, 5, 6 घंटे च निकल जाता है। कित्थे कित्थे लो लाइंग एरियाज है उत्थे असीं काम कर रहे हैं, साडा ड्रेनेज विंग है, साडी कॉरपोरेशन की सीवरेज विंग है, दे आर वर्किंग वेरी हार्ड। तुसी दूजे शहर च भी देखा कई बार पानी बहुत ज़्यादा बन जाता है, बट अपने पटियाला अगर तुसी पिछले 3-4 दिन देखो किसी तरह की भी कोई पानी की क्लॉगिंग या किसी तरह की भी कोई शिकायत साडे कंट्रोल रूम च नहीं आई है। घग्गर दरिया जो सब तो इंपॉर्टेंट है, साडे राजपुरा, घनौर, दूधन साधा जिथे टांगरी और मारकंडा मिलती हैगी, उसके बाद नीचे जाके समाणा नूं टच करके अपने पात्रा इलाके च होंदे हुए खनौरी निकल जाती है। ਇਹਦਾ ਅਸੀਂ 2 करोड़ की लागत च नरेगा का काम कराया, स्ट्रेंथनिंग बंद बनाए। पिछले साल साड़ी 3 ब्रिजेज हुई सी, इस बार वो ब्रिजेज में असी प्लग करता है। कुछ ब्रिजेस टूटे से वो भी असी बनाते हैं। मैं खुद 2 बार दौरा कर चुके जी। आस करना कि नेचर की फ्यूरी के सामने साडा किसी का बस नहीं चलता, बट आस करिए, कोशिश करिए एज अ कम्यूनिटी, एज अ एडमिनिस्ट्रेटर वी आर ऑलवेज देयर। असी इस बार विल एंश्योर कि घग्गर दरिया च किसी तरह का भी ब्रिज ना हो। दूजे पासे जंबो वाली चो जी सब तो वड्डी चो है, ਜਿਹੜਾ सीधा सरहद तो ਜਿਹੜਾ ਹੈਗਾ ਇਕੱਠਾ ਹੁੰਦੇ ਹੋਏ नीचे पात्रा तक जाती है, बाद च घग्गर दरिया च मिल जाती है। ਇਹਦੀ भी सफाई पूरी तरह से हो गई है। शहर च ਜਿਹੜਾ मॉडल टाउन ड्रेन है ਉਹਦੀ भी सफाई मुकम्मल हो गई है। उसी तरह ਜਿਹੜਾ रोटी हैगा नाभे ਦੇ ਵੱਲ ਜਿਹੜੇ अपनी ड्रेनेज हैगी ड्रेन हैगी ਉਹਦੀ भी सफाई पूरी हो गई है। बट ਆਪਾਂ ਨੂੰ ਫਿਰ ਤੋਂ ਇਹ सचेत रहना, किसी तरह ਦੇ ਵੀ ਲੋਕਾਂ ਨੂੰ मैं ये अपील करता, ਪਿੰਡ ਵਾਲੇ ਨੂੰ स्पेशली ਜਿਹੜਾ ਨੈਚੁਰਲ ਡਰੇਨੇਜ ਦਾ ਵੇ ਹੈ ਉਹਨੂੰ ਆਬਸਟਰਕਟ ਨਾ ਕਰੋ ਜੀ। ਸਭ ਤੋਂ ਪਹਿਲੇ ਆਪਾਂ ਨੂੰ ਜਾਨ ਬਚਾਉਣਾ ਹੈ, ਫਿਰ ਘਰ, ਫਿਰ ਆਪਣੀ ਫਸਲ। ਕਈ ਵਾਰ ਮੈਂ ਦੇਖਦਾ ਜੀ ਪਿੰਡਾਂ ਦੇ ਵਿੱਚ 2 ਪਿੰਡ ਆਪਸ 'ਚ ਮਿਲ ਜਾਂਦੇ, ਇੱਕ ਬੰਦਾ ਜਿਹੜਾ ਡਾਬ ਲਾ ਦਿੰਦਾ ਹੈਗਾ। ਇਸ ਤਰ੍ਹਾਂ ਦੇ ਵੀ ਕੋਈ ਮੈਨ ਮੇਡ ਆਬਸਟਰਕਸ਼ਨ ਨਹੀਂ ਹੋਣੀ ਚਾਹੀਦੀ। ਨੈਚੁਰਲ ਜਿਹੜਾ ਡਰੇਨ ਹੈ ਉਹਨੂੰ ਬਹਿਣ ਦਿਓ, ਜਿੰਨੀ ਜਲਦੀ ਬਹੇਗਾ ਉਨੀ ਛੇਤੀ ਆਪਾਂ ਫ੍ਰੀ ਹੋਵਾਂਗੇ। ਤੀਜਾ ਜਿਹੜਾ ਸਭ ਤੋਂ ਇੰਪੋਰਟੈਂਟ ਹੈ, ਆਪਾਂ ਪਿਛਲੀ ਵਾਰ ਡੈਂਗੀ ਦੇ ਵਿੱਚ ਜਿਹੜਾ ਡੈਂਗੀ ਸੀਜ਼ਨ ਹੈਗਾ ਤੁਸੀਂ ਦੇਖਿਆ 2017, 18, 19 ਅਸੀਂ ਡੈਂਗੀ ਦੇ ਮਾਰ 'ਚ ਕਾਫੀ ਸੀਗੇ। 17, 18 ਦੇ ਵਿੱਚ, 19 ਦੇ ਵਿੱਚ ਅਸੀਂ ਦੇਖਿਆ ਸੀਗਾ 2100 ਕੇਸ ਸੀਗੇ, 18 ਦੇ ਵਿੱਚ ਉਹਦੇ ਕਮ ਹੋ ਕੇ 90% ਗਿਰ ਗਏ ਸੀਗੇ। 200 ਦੇ ਨੇੜੇ ਤੇੜੇ ਕੇਸਿਸ ਰਹਿ ਗਏ ਸੀਗੇ ਪਿਛਲੇ ਸਾਲ।
तो मैं आस करदा साडी ਜਿਹੜੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਹੈ, ਹੈਲਥ ਡਿਪਾਰਟਮੈਂਟ ਹੈਗੇ, ਐਪੀਡੈਮੋਲੋਜਿਸਟ ਹੈਗੇ, ਕਾਰਪੋਰੇਸ਼ਨ ਈਓ, ਦੇ ਆਰ वर्किंग वेरी हार्ड। मैं फिर एक ही मैसेज, ਅਸੀਂ काम कर रहे हैं जी, बट पिछले साल जेवा आप सक्सेसफुल रहे, इस बार भी मैं बस ये ਤੁਹਾਡੇ ਤੋਂ उम्मीद करदा जी, अपने घरे प्लीज़ बार बार चेक करते रहो। कई बार देखने च आया ਤੁਸੀਂ ਚਾਹ ਪੀ ਕੇ ਆਪਣਾ ਜਿਹੜਾ ਗਲਾਸ ਵੀ ਅਗਰ ਤੁਸੀਂ ਕੰਨ 'ਚ ਰੱਖ ਦਿੰਦੇ ਹੋ 3-4 ਦਿਨ ਅਗਰ ਨਹੀਂ ਹਟਾਉਂਦੇ ਹੋ, ਉਹਦੇ ਵਿੱਚ ਵੀ ਜਿਹੜਾ ਹੈਗਾ ਉਹਦਾ ਲਾਰਵਾ ਪਾਇਆ ਗਿਆ ਸੀਗਾ ਪਿਛਲੀ ਵਾਰ। तो ये बहुत छोटी गल है। फ्रीज का ਜਿਹੜਾ ਪਾਣੀ ਨੀਚੇ ਟਪਕਦਾ ਹੈ, ਉਹ ਤੁਸੀਂ ਦੇਖੋ ਤੁਹਾਡਾ ਸਟੈਂਡ ਹੁੰਦਾ, ਉਹਦੇ ਵਿੱਚ ਵੀ ਲਾਰਵਾ ਕਈ ਵਾਰ ਆ ਜਾਂਦਾ ਹੈ। ਤੁਹਾਡੇ ਏਸੀ, ਤੁਹਾਡੇ ਕੂਲਰ, तो छोटी छोटी चीज अपने बच्चों को सचेत रखो। हो सकता है ਤੁਹਾਡੇ ਬੱਚੇ ਨੂੰ ਤੁਸੀਂ ये टास्क दे दो अपने घरे कि ਤੁਸੀਂ देखो पानी कितने ठंडा होता है, इकट्ठा होता है। टायर, अगर ਤੁਹਾਡੇ घरे कोई टायर पड़ा है ਉਹਨੂੰ ਜ਼ਰੂਰ सफाई करो। कोशिश ये रखो जी अपने घर की साफ सफाई रखो, पानी इकट्ठा ना होने दो। ये फ्रेश वाटर च ਹੁੰਦਾ ਹੈਗਾ। ਆਪਾਂ दोहरी मार नहीं झेल सकते। कोविड एक पासे चल रहा है, दूजे पासे अगर डेंगू आता है, इट विल बी वेरी टफ फॉर अ फैमिली। सो वी आर योर फैमिली, वी आर देयर फॉर यू, बट थोड़ी सी प्रिकॉशन ਸਾਡੇ ਲਈ बहुत हेल्प करेगी। ਹੁਣ ਕੁਝ ਕੁਐਸਚਨ ਜਿਹੜੇ ਲਾਈਵ ਆ ਰਹੇ ਨੇ ਉਹਦਾ ਮੈਂ ਇੱਕ ਵਾਰ ਪੜ੍ਹ ਕੇ ਬਾਰੀ-ਬਾਰੀ ਮੈਂ ਜਿੰਨਾ ਵੀ ਹੋ ਸਕਦਾ ਮੈਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗਾ ਜੀ। ਅਮਰਿੰਦਰ ਸਿੰਘ ਇਹਨਾਂ ਨੇ ਪੁੱਛਿਆ ਕਿ ਡੈਂਗੀ ਪਿੰਡਾਂ ਦੇ ਵਿੱਚ ਤੁਸੀਂ ਕੀ ਕਰ ਰਹੇ ਹੋ ਜੀ। ਅਮਰਿੰਦਰ ਸਿੰਘ ਜੀ, ਸਾਡੇ ਵੱਲੋਂ ਸਾਰੇ ਐਸਡੀਐਮ, ਸਾਰੇ ਐਸਐਮਓਸ, ਸਾਰੇ ਤਹਿਸੀਲਦਾਰ, ਸਾਰੇ ਪਟਵਾਰੀਆਂ ਨੂੰ ਇਹ ਇਨਫੋਰਮੇਸ਼ਨ ਹੈ ਔਰ ਇਹ ਵੀ ਸਾਡੇ ਵੱਲੋਂ ਡਾਇਰੈਕਸ਼ਨ ਹੈ। ਇਸ ਬਾਰ ਈਚ ਐਂਡ ਐਵਰੀ ਹਾਊਸਹੋਲਡ ਵਿਲ ਬੀ ਚੈੱਕ। ਚਾਲਾਨਿੰਗ ਵੀ ਹੋਏਗੀ ਜੀ। ਪਿਛਲੀ ਵਾਰ ਵੀ ਅਸੀਂ ਚਾਲਾਨਿੰਗ ਕੀਤੀ ਹੈਗੀ। पिछली बार ਅਸੀਂ ਇਹ प्रोविजन भी रखा ਸੀਗਾ कि 2 बार तो ज़्यादा किसी के घर लार्वा पाया जाएगा आप एफ आई आर करांगे, बट वी डोंट वांट टू टेक एक्शन अननेसेसरी। जब तक सानू लगता है कि तुसी कोऑपरेट करो, वी विल ट्राई टू कोऑपरेट विद यू। दूजे क्वेश्चन ਜਿਹੜਾ है ऋषभ गुप्ता जी है, ये पूछते हैं कि एज पटियाला इज विटनेसिंग सर्ज इन कोविड केसेज, start antigen testing in Patiala like Delhi and Telangana to increase daily testing capacity। ऋषभ जी, सच्ची गल ये है, सही गल ये है कि पिछले हफ्ते साडे ਵੱਲੋਂ एंटीजन टेस्टिंग ਦਾ ਸ਼ੁਰੂਆਤ ਕੀਤੀ ਗਈ ਹੈ। ਇੱਥੇ ਅਸੀਂ ਐਜ਼ ਅ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਐਂਟੀਜਨ ਟੈਸਟਿੰਗ। ਪੰਜਾਬ ਸਰਕਾਰ ਵੱਲੋਂ ਐਂਟੀਜਨ ਟੈਸਟਿੰਗ 4 ਸ਼ਹਿਰਾਂ ਦੇ ਵਿੱਚ ਸ਼ੁਰੂ ਕੀਤੀ ਗਈਆਂ ਸੀਗੀਆਂ। ਉਹਦੇ ਵਿੱਚ ਇੱਕ ਪਟਿਆਲਾ ਵੀ ਸੀਗਾ ਔਰ ਇਹਦੇ ਰਿਜ਼ਲਟ ਬਹੁਤ ਚੰਗੇ ਆਏ। ਬਹੁਤ ਫਾਸਟ ਟੈਸਟਿੰਗ ਹੁੰਦੀ ਹੈ ਔਰ ਅਸੀਂ ਨਾਲ ਦੇ ਨਾਲ ਕੰਟੇਨਮੈਂਟ ਏਰੀਆ ਦੇ ਵਿੱਚ ਫਟਾਫਟ ਟੈਸਟਿੰਗ ਕਰਕੇ ਇਹ ਪਤਾ ਕਰ ਸਕਦੇ ਕਿਹੜਾ ਬੰਦਾ ਪੋਜ਼ਿਟਿਵ ਹੈ, ਬਿਕੋਜ਼ ਜਿਹੜਾ ਕੰਟੇਨਮੈਂਟ ਏਰੀਆ ਉਹ ਸਭ ਤੋਂ ਜ਼ਿਆਦਾ ਸੰਕਰਮਿਤ ਹੁੰਦਾ ਹੈਗਾ। तो सानू इस एंटीजन टेस्टिंग का बहुत फायदा हुआ। ਤੁਹਾਡਾ ਸੁਝਾਅ एकदम ठीक है, इट इज़ एकदम राइट कि ਆਪਾਂ दिल्ली और तेलंगाना 'ਚ काफ़ी ਇਹਦਾ फायदा हुआ। ਅਸੀਂ भी ਇੱਥੇ ਇਹਦਾ यूज़ कर रहे और बहुत फायदा उठा रहे हैं। एक और ਸਾਡੇ ਲਾਈਵ क्वेश्चन हैगा सनी साहनी जी हैगे। ਇਹਨਾਂ ਦਾ क्वेश्चन है, प्लीज़ द सिचुएशन इज गोइंग ऑन वर्स, सो प्लीज़ टेक सम स्ट्रिक्ट एक्शन टू प्रिवेंट पब्लिक फ्रॉम COVID-19। My question is that what is government plan for people whose business is completely shut for last 4 months, like institution other, how would we survive? ਸਨੀ ਜੀ, ਟਾਈਟ ਰੋਪ ਹੈਗੀ। ਸਭ ਤੋਂ ਪਹਿਲਾਂ ਤੁਹਾਡਾ ਕੁਐਸਚਨ ਸੀਗਾ ਕਿ ਆਪਾਂ ਜਿਹੜਾ ਹੈਗਾ ਕੀ ਸਟ੍ਰਿਕਟ ਐਕਸ਼ਨ ਲੈ ਰਹੇ। ਸਾਡੇ ਵੱਲੋਂ ਚਾਲਾਨਿੰਗ ਕੀਤੀਆਂ ਜਾ ਰਹੀਆਂ, ਐਸਐਸਪੀ ਸਾਹਿਬ ਵੱਲੋਂ, ਪੁਲਿਸ ਵੱਲੋਂ, ਸਾਡੇ ਕਾਰਪੋਰੇਸ਼ਨ ਦੇ ਮਹਿਕਮੇ ਵੱਲੋਂ ਵੀ ਹੁਣ ਆਥੋਰਾਈਜ਼ ਕਰਤਾ ਹੈਗਾ। ਜਿਹੜੇ ਬੰਦੇ ਮਾਸਕ ਨਹੀਂ ਪਹਿਨ ਰਹੇ ਉਹਨਾਂ ਦੀ ਚਾਲਾਨਿੰਗ ਕਰ ਰਹੇ ਮੈਂ। ਬਟ ਫਿਰ ਵਹੀ ਕਹਿ ਰਿਹਾ ਜੀ, ਚਾਲਾਨਿੰਗ ਕਿੰਨੀ ਕਰੋਗੇ, ਕਿੰਨੀ ਲੋਕਾਂ ਨੂੰ ਤੁਸੀਂ ਸਮਝਾਓਗੇ? ਜਦ ਤੱਕ ਲੋਕ ਆਪੇ ਜੁੜ ਜਾਣ ਤਾਂ ਉਹਦਾ ਦਿਸ ਇਜ਼ ਦ ਬੈਸਟ ਸੋਲੂਸ਼ਨ। बट वी आर टेकिंग स्ट्रिक्ट एक्शन एंड कल भी ਜਿਹੜਾ ਹੈਗਾ ਸਾਡੇ ਵੱਲੋਂ ਕਈ ਮੈਰਿਜ ਪੈਲੇਸਿਸ ਚੈੱਕ ਕੀਤੇ ਗਿਆ, ਜਿੱਥੇ ਵੀ ਕੋਈ ਭੋਗ, ਕੋਈ ਕਿਸੇ ਤਰ੍ਹਾਂ ਦਾ ਫੰਕਸ਼ਨ ਜਿੱਥੇ 30 ਤੋਂ ਜ਼ਿਆਦਾ ਬੰਦੇ ਅਗਰ ਇਕੱਠੇ ਹੋ ਰਹੇ ਨੇ ਉੱਥੇ ਅਸੀਂ ਐਕਸ਼ਨ ਲੈ ਰਹੇ, ਐਫਆਈਆਰ ਵੀ ਦਰਜ ਹੋ ਰਹੀਆਂ ਹੈਗੀਆਂ। ਕੋਈ ਫੇਕ ਨਿਊਜ਼ ਅਗਰ ਫੈਲਾ ਰਿਹਾ ਉਹਦੇ ਅਗੇਂਸਟ ਵੀ ਅਸੀਂ ਬਹੁਤ ਸਟ੍ਰਿਕਟ ਐਕਸ਼ਨ ਲੈ ਰਹੇ ਨੇ। ਦੂਜਾ ਜਿਹੜਾ ਤੁਹਾਡਾ ਕੁਐਸਚਨ ਹੈ, ਬਿਜ਼ਨਸ ਜਿਹੜੇ 4 ਮਹੀਨੇ ਤੋਂ ਸ਼ਟ ਹੈਗੇ ਉਹਨਾਂ ਦਾ ਕੀ ਹੈਗਾ। ਸਨੀ ਜੀ, ਪ੍ਰੋਬਲਮ ਇਹ ਹੈ ਕਿ ਅਸੀਂ ਜਿਹੜਾ ਹੈਗਾ ਹੋਮਸ ਮਿਨਿਸਟਰੀ ਜਿਹੜੀ ਹੈਗੀ ਗਵਰਨਮੈਂਟ ਆਫ ਇੰਡੀਆ, ਉਹਦੀ ਜਿਹੜੀ ਨੋਟੀਫਿਕੇਸ਼ਨ ਹੈ ਉਹਦੇ ਗਾਈਡਲਾਈਨਸ ਫੋਲੋ ਕਰਦੇ ਹਾਂ। ਤੁਸੀਂ ਦੇਖੋਗੇ ਧੀਰੇ ਧੀਰੇ ਲੋਕਡਾਊਨ ਖੁੱਲਦਾ ਗਿਆ। ਅਸੀਂ ਔਨ ਲੋਕਡਾਊਨ 1 2 3 4 5 ਪਹਿਲੇ ਹੀ ਅਸੀਂ ਜਿਹੜਾ ਹੈ ਐਗਜ਼ੀਕਿਊਟ ਕਰਤਾ ਹੈਗਾ। ਮੋਸਟ ਆਫ ਦਾ ਬਿਜ਼ਨਸ 95% ਆਫ ਦਾ ਬਿਜ਼ਨਸਿਸ ਆਰ ਓਪਨ। ਤੁਸੀਂ ਦੇਖੋਗੇ ਫੋਕਲ ਪੁਆਇੰਟ ਜਾ ਕੇ ਇੰਡਸਟਰੀਜ਼ ਚੱਲ ਰਹੀਆਂ ਹੈਗੀਆਂ। ਤੁਸੀਂ ਦੇਖੋਗੇ ਕੋਈ ਇसी ਤਰ੍ਹਾਂ ਦੀ ਵੀ ਕੋਈ ਦਿੱਕਤ ਨਹੀਂ ਹੈ, ਗੁड्स ਦੀ ਕੋਈ मूवमेंट ਦੀ ਕੋਈ रुकावट नहीं है। यस, 1-2 इशूज़ है कि स्कूल नहीं खुल सकते बिकॉज ये बच्चे हैं और ये सब तो वुलनरेबल पॉपुलेशन है, इन्हों ਅਸੀਂ ਜਿਹੜਾ ਹੈਗਾ ਰਿਸਕ ਤੇ ਨਹੀਂ ਦਿਲਾ ਸਕਦੇ। हाँ, किसी तरह का अगर कोई जिम हैगा, हाले तक सानू कोई सरकार की नोटिफिकेशन नहीं है कि जिम खोल सकते। बाकी जिमें जद भी कोई नोटिफिकेशन आएगी असी तुहानू अशेयर करते हैं, नाल दे नाल उस चीज़ को ओपन किया जाएगा विद प्रॉपर स्पिरिट एंड फिलोसफी। हरप्रीत उपल जी का क्वेश्चन है, डेंगी के बारे असी की कर रहे हैं जी। मैं तुहानू जिवें कि पहले ही दस्सिया कि डेंगी के लिए साडे कोल एक पुराना सॉफ्टवेयर हैगा जिहड़ा पिछले साल असी यूज़ किया सीगा। मैं फिर भी कह रहा सीगा कि 90% रिडक्शन ऑफ केसेस हुए सीगे पिछली बार, अगर तुसी कंपेयर करो 2018 दे विच नाल। तो असी फिर वही एज एट कॉन्क्रीट टीम इस सॉफ्टवेयर का यूज़ करांगे, लोगों को अवेयर भी कर रहे हैं। फिर भी यही मैसेज है कि लोग सानू दसन कि अगर इत्थे लार्वा पाया जा रहा, सानी हैल्थ टीम उत्थे जाके उन्होंने जिहड़ा हैगा नजिठण लई पूरी तैयार है जी। विशाल वर्मा जी है,
ये समाणा तो है, ये कहते जी समाणा च कोविड केसेस आर एट पीक एट दिस मोमेंट. Both are parks and municipal council park always have mass gathering in morning and evening with no social distancing. Please close both the parks and precautions to stop the spread. एकदम ठीक है विशाल जी, बट पार्क ਅਸੀਂ ਬੰਦ ਕਰ ਦਾਂਗੇ, दैट इज नॉट एन इशू. ਚੰਗੀ ਇਨਫੋਰਮੇਸ਼ਨ ਹੈ, ਚੰਗਾ ਫੀਡਬੈਕ ਹੈ. ਅਸੀਂ ਅੱਜ ਹੀ ਐਸਡੀਐਮ ਸਾਹਿਬ ਨੂੰ ਕਹਿ ਦਾਂਗੇ, ਤੁਸੀਂ ਐਸਡੀਐਮ ਸਾਹਿਬ ਨੂੰ ਮਿਲ ਵੀ ਸਕਦੇ ਹੋ, ਮੈਂ ਤੁਹਾਡਾ ਨਾਮ ਉਹਨਾਂ ਨੂੰ ਦੱਸ ਦਾਂਗਾ. ਸੋਸ਼ਲ ਡਿਸਟੈਂਸਿੰਗ ਮਾਸਕਿੰਗ ਦਾ ਹੈ, ਅਸੀਂ ਐਕਟਿਵਲੀ ਜਿਹੜਾ ਹੈਗਾ ਚੈਲਾਨਿੰਗ ਔਰ ਮੋਨੀਟਰਿੰਗ ਕਰ ਰਹੇ, ਐਫਆਈਆਰ ਵੀ ਦਰਜ ਕਰ ਰਹੇ ਨੇ. ਬਾਕੀ ਜਿੱਥੇ ਤੱਕ এনवायरमेंट ਪਾਰਕ ਔਰ ਮਿਊਨਿਸਪਲ ਕਾਉਂਸਲ ਪਾਰਕ ਦੀ ਗੱਲ ਹੈ, ਉਹਨੂੰ ਮੈਂ ਅੱਜ ਟੇਕਅਪ ਕਰ ਲਾਂਗਾ ਐਸਡੀਐਮ ਸਾਹਿਬ ਦੇ ਨਾਲ ਗੱਲ ਕਰਕੇ, ਜੋ ਵੀ ਬੈਸਟ ਪੋਸੀਬਲ ਆਊਟਕਮ ਹੈ ਉਹ ਐਗਜ਼ੀਕਿਊਟ ਕਰਾ ਦਾਂਗੇ ਜੀ. हरजोत सिंह जी है जी, फॉर आउटसाइडर ट्रैकिंग वाई गवर्नमेंट इज नॉट टेकिंग दी हेल्प फ्रॉम टेलीकॉम ऑपरेटर्स. कंपनीज हैव रियल टाइम डेटाबेसेस. प्लीज टेक सपोर्ट वेयर एवर पॉसिबल फ्रॉम माई साइड. थैंक यू हरजोत जी. लोगों का सपोर्ट बहुत मायने रखता है, बहुत जरूरी है. बहुत खुशी की गल है, कल ही साडी एक मीटिंग हुई है. इतिहास सॉफ्टवेयर है साडा. इतिहास सॉफ्टवेयर ਨੂੰ ਅਸੀਂ ICMR ਦਾ ਸੌਫਟਵੇਅਰ ਔਰ ਕੋਵਾ ਐਪ ਦੇ ਨਾਲ ਅਸੀਂ ਜਿਹੜਾ ਹੈਗਾ ਇੰਟੀਗ੍ਰੇਟ ਕਰਤਾ ਹੈਗਾ. ਵੀ ਵਿਲ ਬੀ ਰਿਕੁਆਇਰਿੰਗ ਅਨਦਰ 2 to 3 days to ensure that it is implement. मैं एक बार साढ़े सारे पटियाला वासियों ਨੂੰ ਇੱਕ ਵਾਰ ਇਹਦਾ ਬਰੀਫ ਕਰਦਾ. ਇਹਦੇ ਵਿੱਚ ਅਗਰ ICMR ਦੇ ਵਿੱਚ ਸਾਡੀ ਜਿਹੜੀ ਪੋਰਟਲ ਹੈ, ਅਗਰ ਕੋਈ ਪੋਜ਼ਿਟਿਵ ਕੇਸ ਆਂਦਾ, ਫਰਜ਼ ਕਰੋ ਮੈਂ ਪੋਜ਼ਿਟਿਵ ਆ ਗਿਆ, तो ਨਾਲ ਦੇ ਨਾਲ ਉਹ ਮੇਰੇ ਪੁਰਾਣੇ ਪਿਛਲੇ 10 ਦਿਨ ਦੀ ਸਾਰੀ ਟਰੈਕ ਮੂਵਮੈਂਟ ਦੱਸ ਦੇਗਾ ਕਿ ਮੈਂ ਕਿੱਥੇ ਕਿੱਥੇ ਗਿਆ, ਕਿਹਨੂੰ ਮਿਲਿਆ. ਉਹ ਸਾਰੇ ਟਾਵਰ ਜਿਹੜੇ ਲੋਕੇਸ਼ਨ ਹੈ ਉਹ ਐਕਟਿਵ ਹੋ ਜਾਂਦੇ ਹੈਗੇ. ਸਾਨੂੰ ਪਤਾ ਲੱਗ ਜਾਏਗਾ, ਲੈਟ ਸੇ ਮੈਂ ਗਿਆ, ਮੈਂ ਲੈਟ ਸੇ ਸਮਾਨਾ ਗਿਆ, ਪਾਤਰਾ ਗਿਆ, ਕਿਸ ਆਫਿਸ 'ਚ ਬੈਠਿਆ, तो 10 दिन की सारी कॉन्टैक्ट ट्रेसिंग हो जाएगी. ਇਹਦੇ ਲਈ ਸਾਡੇ काम भी बड़ा सौखा हो जाएगा. लोगों ਨੂੰ बहुत ज़्यादा फील्ड से जाके केस स्टडी या इंटरव्यू करने की लोड़ नहीं पएगी. तो एक तो ये सॉफ्टवेयर साडा 3 या 4 दिन च इंप्लीमेंट हो जाएगा. ਇਹਦੇ ਨਾਲ ਹੀ ਅਸੀਂ ਇਸ ਸੌਫਟਵੇਅਰ ਦੇ ਵਿੱਚ ਇਹ ਵੀ ਦੱਸ ਰਹੇ ਹਾਂ ਕਿ ਕਿੱਥੇ ਟਾਵਰ ਆਪਰੇਟਰ ਬਹੁਤ ਜ਼ਿਆਦਾ ਇਕੱਠਾ ਹੋ ਰਿਹਾ ਹੈ, ਕਿੱਥੇ ਇੱਕ ਬੰਦੇ ਬਹੁਤ ਜ਼ਿਆਦਾ ਇੱਕ ਟਾਈਮ 'ਚ ਮੌਜੂਦ ਨੇ. ਲੈਟ ਸੇ ਕੋਈ ਭੋਗ ਹੈ, ਕੋਈ ਸ਼ਾਦੀ ਹੈ, ਕੋਈ ਬਰਥਡੇ ਪਾਰਟੀ ਹੈ, ਜਦੋਂ ਵੀ ਇਸ ਤਰ੍ਹਾਂ ਦੀ ਕੋਈ ਇਕੱਠ ਹੋਏਗਾ, ਸਾਨੂੰ ਨਾਲ ਦੇ ਨਾਲ ਹੀ ਟਾਵਰ ਲੋਕੇਸ਼ਨ ਇੰਡੀਕੇਟ ਕਰੇਗਾ ਔਰ ਅਸੀਂ ਜਾ ਕੇ ਜਿਹੜਾ ਹੈਗਾ ਉੱਥੇ ਐਕਸ਼ਨ ਲੈ ਲਾਂਗੇ. तो दैट इज द पोटेंशियल सोर्स. तो सानू रूट भी पता लग जाएगा कितने की लोकेशन से ज़्यादा पॉजिटिव है. ये सानू कंटेनमेंट एरिया बनाने से भी बहुत फायदा करेगा. तो जदों भी ये फाइनल होएगा, मैं तुहाडे नाल एक बार फिर रूबरू होवांगा ते अपने पब्लिक रिलेशन ऑफिसर के जरिए पटियाला वासियों को भी ये बारे एक बार मैं प्रेस रिलीज भी कर देवांगा जी. DKS बराड़ साहब हैगे, ये कहते जी कोविड मरीजों को खाण लई की मैनू है, इन्हां दे ठहरन दे टाइम पास दे लई की तुसीं कीता हैगा. ਬਰਾੜ ਸਾਹਿਬ ਸਾਡੇ ਵੱਲੋਂ ਜਿਹੜਾ CCC ਹੈ ਕੋਵਿਡ ਕੇਅਰ ਸੈਂਟਰ ਦੇ ਵਿੱਚ ਸਵੇਰੇ ਅਸੀਂ ਚਾਹ ਦਿੰਦੇ ਹੈਗੇ 2 ਵਾਰ. ਉਹਦੇ ਬਾਅਦ ਬ੍ਰੇਕਫਾਸਟ ਹੈਗਾ, ਜੋ ਦਲੀਆ ਖਾਣਾ ਚਾਹੇ ਦਲੀਆ ਖਾਂਦੇ, ਪਰੌਠਾ ਹੈ, दूध ਹੈਗਾ. दूध ਸਭ ਤੋਂ ਇੰਪੋਰਟੈਂਟ ਹੈ ਬਿਕੋਜ਼ ਪ੍ਰੋਟੀਨ ਡਾਈਟ ਬਹੁਤ ਜ਼ਰੂਰੀ ਹੁੰਦੀ ਹੈ ਇਹਦੇ ਵਿੱਚ. ਉਹਦੇ ਬਾਅਦ ਫਿਰ ਦੁਪਹਿਰ 'ਚ ਸਾਡੇ ਕੋਲ ਸਬਜ਼ੀ, ਚਪਾਤੀ, ਰੋਟੀ ਤੇ ਸਲਾਦ ਹੁੰਦੀ ਹੈ. ਸ਼ਾਮ ਨੂੰ ਚਾय ਔਰ ਬਿਸਕਿਟ ਹੁੰਦੀ ਹੈ ਔਰ ਰਾਤ ਨੂੰ ਜਿਵੇਂ ਸਾਦਾ ਖਾਣਾ ਖਾਂਦੇ, ਦਾਲ, ਸਬਜ਼ੀ, ਰੋਟੀ, ਚਪਾਤੀ, ਸਲਾਦ. ਇਹਨਾਂ ਦੇ ਰੀਜੂਵਿਨੇਸ਼ਨ ਦੇ ਲਈ ਇਹਨਾਂ ਦੇ ਕੋਈ ਫੈਸਿਲਿਟੀਜ਼ ਦੇ ਲਈ ਅਸੀਂ ਟੀਵੀ ਲਗਾਇਆ ਹੋਇਆ ਹੈ, ਸ਼ਬਦ ਚੱਲਦੇ ਹਨ ਜਿਹੜੇ ਲੋਕੇ ਰਿਲੀਜੀਅਸ ਹੈ, ਮਿਊਜ਼ਿਕ ਹੈਗੇ, ਸਪੀਕਰ ਹੈਗੇ, ਬਾਹਰ ਏਰੀਆ ਵੀ ਹੈਗਾ, ਥੋੜੇ ਬਹੁਤ ਵਾਕ ਕਰ ਸਕਦੇ. 10 ਦਿਨ ਦਾ ਟਾਈਮ ਹੁੰਦਾ ਜਿਹੜਾ ਆਪਾਂ ਰੱਖਦੇ ਨੇ. ਟੀਵੀ ਔਰ ਮਿਊਜ਼ਿਕ ਇਜ਼ ਇਨਫ. ਬਾਕੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਤਿਵੇਂ ਵੀ ਲੋਕਾਂ ਨੂੰ ਜੋ ਫੈਸਿਲਿਟੀਜ਼ ਚਾਹੀਦੀ ਹੈ ਅਸੀਂ ਨਾਲ ਦੇ ਨਾਲ ਕੋਸ਼ਿਸ਼ ਕਰਦੇ ਜੋ ਸਾਡੇ ਵਿੱਚ ਹੋ ਸਕਦਾ ਹੈ. मनदीप पाल सिंह है जी, ये कहते जी कर्फ्यू लगाना चाहिए हर शुक्रवार शाम 6 बजे तो सोमवार सवेरे 6 बजे तक. मनदीप जी जिवें कि मैं दसिया कि ये प्रेरोगेटिव होम डिपार्टमेंट का, तुहाडी गल एकदम ठीक है. कुछ लोग कहते कर्फ्यू हटाना चाहिए, कुछ लोग कहते कर्फ्यू लगाना चाहिए. दो पक्ष है, दो गल हैगी. इट इज़ बोथ द साइड्स ऑफ द कॉइन. यस, कर्फ्यू लगना चाहिए, नहीं लगना चाहिए, दैट इज वी आर नॉट हैव दैट डिस्क्रिशन प्रेरोगेटिव. बट यस, आपा की कर सकते, आपा सैटरडे संडे घरे रह के कर्फ्यू नूं इजाद कर सकते. आपा एज अ सोसाइटी आपा ये कोशिश करते कर्फ्यू ना लगाए, बट तुसी तो अपने घरे बैठ सकते हो. कोशिश ये करूंगा, तुहाडी गल मैं पहुंचा दांगा सरकार नूं, गवर्नमेंट ऑफ इंडिया नूं भी लिख के भेज दांगा. जब भी किसी तरह की भी कोई नोटिफिकेशन आऊगी तुहानूं नाल दे नाल दस दिता जाएगा जी. एक कोविड तो और दूजे पासे हट के क्वेश्चन है. मनिंदर जैलदार साहब है, कसियाना पिंड है पटियाला अपने सब डिवीजन च पैंदा है. ये कहते साडा बहुत पुराना 100 साल पुराना टोबा है जी, ये लोग कब्जा कर रहे हैं. मनिंदर जी मैं चेक करवा लांगा और आई विल मेक श्योर दैट अगले 2 दिनों से यदि मैं फील्ड वेरीफिकेशन करा के यदि जमाबंदी निकलवा के किन्नी थां से जिहड़ा टोबा है और किन्नी इंक्रोचमेंट हुई है, आई विल मेक अ टीम ऑफ SDM एंड DDPO विजिट करनगे. असी किसी तरह की भी इंक्रोचमेंट अलाउ नहीं करते. थैंक यू, तुसीं ये सानूं दस्सिया और असी जिहड़ा हैगा इनू 2 दिन से जिहड़ा हैगा विल सॉल्व द प्रॉब्लम जी. मनदीप सिंह जी है जी, वही मैं कह रहा जी, जिवें मनदीप पाल सिंह अभी क्वेश्चन पूछ रहे थे कि लॉकडाउन लगना चाहिए है. मनदीप सिंह जी कहते लॉकडाउन प्लीज रिमूव करो संडे का. मैं वही कह रहा जी, 2 पक्ष है, केदी मानिए केदी नहीं मानिए. बट यस, एज अ डेमोक्रेटिक कंट्री इट इज़ योर राइट, तुसीं अपना व्यू दे सकते हो. जो भी तुहाडी राय आ रही है असी सरकार तक पहुंचा देवांगे जी.
सिंगम साहिल है जी, ये कहता है कि कर्फ्यू लगना चाहिए है जी। मैं फिर वही कह रहा कर्फ्यू का सारा डिस्क्रिप्शन सरकार का, जिमें तिवें जब भी होएगा मैं तुहानू दस दूंगा जी। जंतेश कुमार है, ये समाना तो है, ये कहते जी लोग जेडे है समझ नहीं रहे, लोग समझ नहीं रहे, 80% जेडे लोग मास्क और सोशल डिस्टेंस का पालन नहीं कर रहे। जंतेश जी अगेन मैं आज फिर एक बार टीम नू वापस एक्टिवेटेड है, असं ये कोशिश करांगे आज मेजर चालानिंग कर देवा। जहां तक मेरी नॉलेज है, मैं समाना जाके आया है, उत्थे 60 to 70% लोग मास्क का यूज करे, जेडे 30-40% नहीं करे, असी विल क्रैक डाउन, विल इंश्योर कि वो सोशल डिस्टेंस और मास्क का जेड़ा साडा। अमन बवेजा है जी, ये कहते एक शॉपकीपर हैं, ये कहते जी साडा काम एकदम खराब हो गया है, इलैक्ट्रिसिटी बिल, स्कूल फीस आदि ਇਹਦੇ ਇਸ਼ੂਜ਼ ਹੈਗੇ। व्यापार मंडल ਦੇ ਨਾਲ ਸਾਡੀ ਬਹੁਤ ਐਕਟਿਵਲੀ ਮੀਟਿੰਗ ਚੱਲਦੀਆਂ ਰਹਿੰਦੀਆਂ ਹੈ। ਤੁਹਾਡੇ व्यापार मंडल ਦੇ ਜਿਹੜੇ ਪ੍ਰਧਾਨ ਹੈ ਉਹ ਵੀ ਆਏ ਸੀਗੇ। ਅਸੀਂ ਵੀ ਆਪਣੇ ਕਮਿਸ਼ਨਰ ਕਾਰਪੋਰੇਸ਼ਨ ਵੱਲੋਂ ਤੁਹਾਡੇ ਤੱਕ ਪਹੁੰਚ ਕਰਦੇ ਹਾਂ। ਅਗਰ ਤੁਹਾਡੇ ਤੱਕ ਕੋਈ ਇਨਫੋਰਮੇਸ਼ਨ ਨਹੀਂ ਜਾ ਰਹੀ, ਪਲੀਜ਼ ਮੇਰਾ ਆਫਿਸ ਤੁਹਾਡੇ ਲਈ ਖੁੱਲਾ ਹੈ, ਤੁਸੀਂ ਕਦੀ ਵੀ ਆਓ। ਸ਼ਾਪਕੀਪਰਾਂ ਦੇ ਲਈ ਕਿੱਥੇ ਵੀ ਅਸੀਂ ਕੋਈ ਸ਼ਾਪ ਬੰਦ ਨਹੀਂ ਕੀਤੀ ਹੈ। ਅਗਰ ਤੁਸੀਂ ਕਿਤੇ ਕੋਈ ਇਸ਼ੂ ਹੈਗਾ, ਕੋਈ ਇਨਫੋਰਮੇਸ਼ਨ ਦੀ ਡਿਸਟੋਰਸ਼ਨ ਹੈ, ਸਾਨੂੰ ਆ ਕੇ ਦੱਸੋ। ਇਲੈਕਟ੍ਰਿਸਿਟੀ ਬਿੱਲ, ਸਕੂਲ ਫੀਸ ਦਾ ਤੁਹਾਨੂੰ ਪਤਾ ਹੀ ਹੈ, ਸਕੂਲ ਫੀਸ ਦਾ ਕੇਸ ਹਾਈ ਕੋਰਟ 'ਚ ਚੱਲ ਰਿਹਾ ਹੈਗਾ, ਹੁਣ ਕੋਰਟ ਦੇ ਵਿੱਚ ਹੈਗਾ। ਇਲੈਕਟ੍ਰਿਸਿਟੀ ਬਿੱਲ ਦਾ ਆਪਣੇ ਪੰਜਾਬ ਗਵਰਨਮੈਂਟ ਦੇ ਵੱਲੋਂ ਬਹੁਤ ਹੀ ਸਚੇਤ ਢੰਗ ਨਾਲ ਇਸ ਇਸ਼ੂ ਨੂੰ ਚੜਾਇਆ ਜਾ ਰਿਹਾ ਹੈ। ਮੈਂ ਆਸ ਕਰਦਾ ਕਿ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਸੋਲੂਸ਼ਨ ਜਿਹੜਾ ਹੈਗਾ ਜਲਦੀ ਦੱਸ ਦਿੱਤਾ ਜਾਏਗਾ ਜੀ। हरपाल सिंह जी कहते फ्राइडे ਨੂੰ सैटरडे बिल्कुल बंद करो, वही जवाब जी, जिवें जब भी कोई सोल्यूशन आएगा तो दस दिता जाएगा। दिवेश गर्ग है जी, ये बच्चा है, आई एम दिवेश गर्ग, स्टूडेंट ऑफ क्लास 7। सर, आई रिक्वेस्ट यू टू टेक सम मेजर्स रिगार्डिंग किरियाना शॉप ओनर एंड वेजिटेबल वेंडर एंड ऑल्सो मेकिंग द पॉजिटिव केसेज एंड सस्पेक्ट केसेज लिस्ट, बिकॉज किरियाना शॉप ओनर्स एंड वेजिटेबल वेंडर्स कीप डिलीवरिंग टू देयर हाउसेज। बेटा एकदम ठीक है, बहुत चंगी गल है, तुसी क्वेश्चन पुटअप किया, बड़ा खुशी होती कि तुसी सारे बच्चे मिलके भी सोसाइटी ਨੂੰ मोबिलाइज कर रहे हो। सब तो पहले जद भी ये अपने वॉल सिटी ਦੇ ਵਿੱਚ केस आया ਸੀਗਾ, सब तो पहले ਅਸੀਂ काम ਕੀਤਾ ਸੀਗਾ सब्जी मंडी क्लोज ही करती ਸੀ। कोई दिक्कत नहीं, 4-5 दिन अगर सब्जी मंडी क्लोज हो जाएगी बहुत ਜ਼ਿਆਦਾ ਇੰਪੈਕਟ ਨਹੀਂ ਹੁੰਦਾ ਹੈਗਾ। ਕਰਿਆਨਾ ਸ਼ਾਪ ਓਨਰ ਜਿਹੜੇ ਸਾਡੇ ਵੈਜੀਟੇਬਲ ਵੈਂਡਰ, ਉਹਨਾਂ ਦਾ ਅਸੀਂ ਪਾਸ ਬਣਾਇਆ, ਉਹਨਾਂ ਦੀ ਅਸੀਂ ਸੈਂਪਲਿੰਗ ਕਰਦੇ, ਰੈਂਡਮ ਚੈਕਿੰਗ ਕਰਦੇ। ਕੋਸ਼ਿਸ਼ ਇਹ ਰਹਿੰਦੀ ਕਿ ਕੋਈ ਵੀ ਬੰਦਾ ਤੁਹਾਡੇ ਘਰ ਕੋਈ ਸਾਮਾਨ ਪਹੁੰਚਾ ਰਿਹਾ ਹੈ वो कोविड फ्री होवे, एंड वी आर वेरी कॉन्शियस अबाउट इट। थैंक यू, तुसी ये क्वेश्चन पुट अप किया। तुहाडा दूजा क्वेश्चन भी हैगा, आर यू प्लैनिंग टू टेक एक्शन अगेंस्ट मास्क विद रिपायरेटर्स एंड वॉल्स। बट क्वेश्चन यही है कि जेड़ा बंदा मास्क नहीं पहनेगा ਉਹਦੇ अगेंस्ट तो एक्शन लेना ही पैना है। ਤੁਸੀਂ ਬੱਚੇ ਹੋ, ਤੁਸੀਂ ਆਪਣੇ ਘਰ ਵਾਲੇ ਨੂੰ ਸਮਝਾਓ, ਆਪਣੇ ਆਸ ਪੜੋਸ ਤੇ ਤੁਹਾਡੇ ਦੋਸਤ ਹੈ ਉਹਨਾਂ ਨੂੰ ਵੀ ਕਹੋ ਕਿ ਆਪਣੇ ਪੈਰੈਂਟਸ ਨੂੰ ਸਮਝਾਏ, ਆਪਣੇ ਰਿਸ਼ਤੇਦਾਰ ਨੂੰ ਸਮਝਾਏ। ट्रिगरिंग इफेक्ट ਹੁੰਦਾ ਹੈਗਾ। ਤੁਸੀਂ ਬੱਚੇ जब सोसाइटी 'ਚ ਆ ਜਾਂਦੇ ਹੋ ਉਹਦਾ ਕੋਈ ਤੋੜ ਨਹੀਂ ਹੈ। थैंक यू वेरी मच, जय हिंद।